ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਆਹਲੂਵਾਲੀਆ ਕਮੇਟੀ ਨੇ ਪੰਜਾਬ ਸਰਕਾਰ ਨੂੰ ਜਿਹੜੀ ਅਖੀਰੀ ਰਿਪੋਰਟ ਸੌਂਪੀ ਹੈ ਉਸ ਰਿਪੋਰਟ ਵਿੱਚ ਕੀ ਉਹਨਾਂ ਨੇ ਸਿਫਾਰਿਸ਼ਾਂ ਕੀਤੀ ਹੈ, ਕੀ ਗੱਲਬਾਤ ਕੀਤੀ ਹੈ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਮਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਇੱਕ ਗਰੁੱਪ ਆਫ ਐਕਸਪਰਟ ਦਾ ਗਠਨ ਕੀਤਾ ਸੀ, ਜਿਸ ਵੱਲੋਂ 1 ਸਾਲ ਪਹਿਲਾਂ ਵੀ ਆਪਣੀ ਰਿਪੋਰਟ ਜਿਹੜੀ ਹੈਗੀ ਦਰਜ ਕੀਤੀ ਗਈ ਸੀ ਤੇ ਹੁਣ ਉਹਨਾਂ ਨੇ ਆਪਣੀ ਫਾਈਨਲ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਅਸੀਂ ਜਾਣਨਾ ਚਾਹਾਂਗੇ ਇਸ ਰਿਪੋਰਟ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਜਿਹੜੀ ਹੈਗੇ ਸਿਫਾਰਿਸ਼ਾਂ ਕੀਤੀਆਂ ਨੇ, ਕੀ ਕੁਝ ਜਿਹੜਾ ਹੈਗਾ ਉਹ ਸਾਹਮਣੇ ਲੈ ਕੇ ਆਏ ਨੇ। ਦੇਖੋ, ਪੰਜਾਬ ਸਰਕਾਰ ਨੇ ਜਦੋਂ ਕਰੋਨਾ ਮਹਾਮਾਰੀ ਦਾ ਦੌਰ ਜਾਂ ਫਸਟ ਜਿਹੜੀ ਵੇਵ ਸੀ ਆਈ ਸੀ ਤਾਂ ਉਸ ਨੂੰ ਲੈ ਕੇ ਪੰਜਾਬ ਦੀ ਜਿਹੜੀ ਇਕੋਨਮੀ ਹੈ, ਜਿਸ ਤਰ੍ਹਾਂ ਬਾਕੀ ਸਾਰੇ ਮੁਲਕ ਦੀ ਇਕੋਨਮੀ ਨੂੰ ਸੱਟ ਵੱਜੀ ਹੈ, ਪੰਜਾਬ ਦੀ ਇਕੋਨਮੀ ਵੀ ਕਾਫੀ ਹਿੱਟ ਹੋਈ ਹੈ ਇਸ ਮਹਾਮਾਰੀ ਦੇ ਦੌਰ ਦੇ ਦੌਰਾਨ। ਤਾਂ ਪੰਜਾਬ ਸਰਕਾਰ ਨੇ ਆਪਣੀ ਜਿਹੜੀ ਸਟੇਟ ਦੀ ਆਰਥਿਕਤਾ ਹੈ ਉਸ ਨੂੰ ਪੈਰਾਂ ਸਿਰ ਕਰਨ ਦੇ ਲਈ ਗਰੁੱਪ ਆਫ ਐਕਸਪਰਟਸ ਦਾ ਗਠਨ ਕੀਤਾ ਸੀ, ਜਿਹਦੀ ਅਗਵਾਈ ਮਨਟੇਕ ਸਿੰਘ ਆਹਲੂਵਾਲੀਆ ਹੋਰੀ ਕਰ ਰਹੇ ਸਨ। ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਇਹ ਆਹਲੂਵਾਲੀਆ ਕਮੇਟੀ ਨੇ ਜਿਹੜੀ ਆਪਣੀ ਪਹਿਲੀ ਰਿਪੋਰਟ ਦਿੱਤੀ ਸੀਗੀ ਉਹ ਦਿੱਤੀ ਸੀ ਜੁਲਾਈ 2020 ਦੇ ਵਿੱਚ, ਤਕਰੀਬਨ 1 ਸਾਲ ਪਹਿਲਾਂ 31 ਜੁਲਾਈ ਨੂੰ। ਤਾਂ ਉਹਦੇ ਵਿੱਚ ਕਾਫੀ ਰਿਕਮੈਂਡੇਸ਼ਨ ਜਿਹੜੀਆਂ ਕੀਤੀਆਂ ਗਈਆਂ ਸੀ, ਤਾਂ ਉਹ ਕਈ ਰਿਕਮੈਂਡੇਸ਼ਨ ਨੂੰ ਲੈ ਕੇ ਉਸ ਟਾਈਮ ਜਿਹੜਾ ਵਿਵਾਦ ਹੈ ਉਹ ਵੀ ਉੱਠਿਆ ਸੀ। ਸੋ ਹੁਣ ਇਹ ਲੰਘੇ ਮਹੀਨੇ ਜਿਹੜੇ ਆਹਲੂਵਾਲੀਆ ਕਮੇਟੀ ਨੇ ਜਾਂ ਪੈਨਲ ਨੇ ਜਿਹੜੀ ਆਪਣੀ ਫਾਈਨਲ ਰਿਪੋਰਟ ਹੈ ਉਹ ਦਿੱਤੀ ਹੈ, ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੀ ਸਟੇਟ ਦੀ ਮੌਜੂਦਾ ਜਿਹੜੀ ਆਰਥਿਕ ਹਾਲਤ ਹੈ ਉਹ ਕਿਹੋ ਜਿਹੀ ਹੈ, ਔਰ ਜਿਹੜਾ ਮਹਾਮਾਰੀ ਦਾ ਦੌਰ ਹੈ ਇਸ ਨੇ ਸਾਡੀ ਆਰਥਿਕਤਾ ਨੂੰ ਕਿੰਨਾ ਕੁ ਝੰਬਿਆ ਹੈ, ਔਰ ਇਸ ਇਕੋਨਮੀ ਨੂੰ ਮੁੜ ਕੇ ਪੈਰਾਂ ਸਿਰ ਖੜਾ ਕਰਨ ਦੇ ਲਈ ਜਾਂ ਸਟੈਂਡ ਕਰਨ ਦੇ ਲਈ ਸਾਨੂੰ ਕਿਹੜੇ ਸਟੈਪ ਉਠਾਏ ਜਾਣ ਦੀ ਲੋੜ ਹੈ। ਇਸ ਤਰ੍ਹਾਂ ਦੀਆਂ ਕੁਝ ਸਿਫਾਰਿਸ਼ਾਂ ਜਿਹੜੀਆਂ ਉਹ ਆਹਲੂਵਾਲੀਆ ਪੈਨਲ ਨੇ ਸਟੇਟ ਗੌਰਮੈਂਟ ਅੱਗੇ ਰੱਖੀਆਂ ਨੇ। ਹੁਣ ਦੇਖਣਾ ਇਹ ਕਿ ਉਹ ਸਿਫਾਰਿਸ਼ਾਂ ਨੂੰ ਸਾਡੀ ਸਟੇਟ ਗੌਰਮੈਂਟ ਕਿੰਨਾ ਕੁ ਐਕਸੈਪਟ ਕਰਦੀ ਹੈ ਜਾਂ ਉਹਨਾਂ ਨੂੰ ਇੰਪਲੀਮੈਂਟ ਕਰਦੀ ਹੈਗੀ ਹੈ। ਤਾਂ ਦੇਖੋ, ਪਹਿਲੀ ਗੱਲ ਤਾਂ ਜਿਸ ਤਰ੍ਹਾਂ ਇਹ ਕਿਹਾ ਹੈ ਤੁਸੀਂ ਕਿ ਇਹਦੀਆਂ ਕਿਹੜੀਆਂ ਮੁੱਖ ਤੌਰ 'ਤੇ ਰਿਕਮੈਂਡੇਸ਼ਨਸ ਹੈਗੀਆਂ ਨੇ, ਉਹਨਾਂ ਬਾਰੇ ਆਪਾਂ ਆਪਣੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਾਂਗੇ। ਤਾਂ ਇਹਦਾ ਮੋਟਾ, ਜਦੋਂ ਅਸੀਂ ਮਹਾਂਦਰਾ ਜਿੰਨੀ ਕੁ ਅਸੀਂ ਰਿਪੋਰਟ ਨੂੰ ਸਟੱਡੀ ਕੀਤਾ ਹੈਗਾ, ਇਹਦਾ ਮੋਟਾ ਜਿਹੜਾ ਮੁਹਾਂਦਰਾ ਦੇਖਿਆ ਹੈ ਜਿੰਨਾ ਕੁ, ਉਸ ਤੋਂ ਇਹ ਲੱਗਦਾ ਹੈ ਕਿ ਟੋਟਲੀ ਜਿਹੜੀਆਂ ਸਿਫਾਰਿਸ਼ਾਂ ਜਿਹੜੀਆਂ ਖੜੀਆਂ, ਜਿਹੜਾ ਬੇਸ ਬਣਾਇਆ ਗਿਆ ਉਹ ਥੋੜ੍ਹਾ ਕਾਰਪੋਰੇਟ ਪੱਖੀ ਹੈਗਾ, ਜਿਹਦੇ ਵਿੱਚ ਕਾਮਨਰ ਦੀ ਬਹੁਤ ਘੱਟ ਹੈ ਜਿਹੜੀ ਗੱਲ ਹੈ ਕੀਤੀ ਗਈ ਹੈ। ਜਾਂ ਤਾਂ ਇੰਡਸਟਰੀਲਿਸਟ ਦਾ ਪੱਖ ਪੂਰਿਆ ਗਿਆ ਜਾਂ ਵੱਡੇ ਘਰਾਣਿਆਂ ਦਾ ਪੱਖ ਹੈ ਜਿਹੜਾ ਉਹ ਪੂਰਨ ਵਾਲੀਆਂ ਜਿਹੜੀਆਂ ਰਿਕਮੈਂਡੇਸ਼ਨ ਹੈ ਜਿਹੜੀਆਂ ਦਿੱਤੀਆਂ ਗਈਆਂ ਨੇ। ਇਸ ਕਿਸਮ ਦਾ ਜਿਹੜਾ ਝੋਲਾ ਸਾਨੂੰ ਇਸ ਰਿਪੋਰਟ ਤੋਂ ਪੈਂਦਾ ਹੈ। ਇਸ ਪੈਨਲ ਨੇ ਜਿਹੜੀਆਂ ਰਿਕਮੈਂਡੇਸ਼ਨ ਕੀਤੀਆਂ ਨੇ ਉਹਦੇ ਵਿੱਚ ਜਿਹੜਾ ਪਬਲਿਕ ਸੈਕਟਰ ਨੂੰ ਢਾਹ ਲਾਉਣ ਵਾਲੀਆਂ ਕੁਝ ਗੱਲਾਂ ਜਿਹੜੀਆਂ ਕਹੀਆਂ ਗਈਆਂ ਨੇ, ਔਰ ਦੂਸਰੀ ਤਰਫ ਜਿਹੜੇ ਪ੍ਰਾਈਵੇਟ ਸੈਕਟਰ ਹੈ ਉਸ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਜਿਹੜੀਆਂ ਸਿਫਾਰਿਸ਼ਾਂ ਉਹ ਕੀਤੀਆਂ ਗਈਆਂ ਨੇ। ਤਾਂ ਜੇ ਇਹਦੀ ਆਪਾਂ ਫਾਰਮੇਸ਼ਨ 'ਤੇ ਝਾਤ ਮਾਰੀਏ ਤਾਂ ਚਾਹੀਦਾ ਤਾਂ ਇਹ ਸੀ ਕਿ ਹਰ ਵਰਗ ਨੂੰ ਇਹਦੇ ਵਿੱਚ ਨੁਮਾਇੰਦਗੀ ਦਿੱਤੀ ਜਾਂਦੀ ਪੈਨਲ ਨੂੰ, ਤਾਂ ਹੀ ਉਹਦੀ ਚੰਗੀ ਰਿਪਰੈਜ਼ੈਂਟੇਸ਼ਨ ਹੋ ਸਕਣੀ ਸੀ। ਪਰ ਇਹਦੇ ਵਿੱਚ ਜਿਹੜੇ ਹਾਵੀ ਰਿਹਾ ਪੈਨਲ ਦੇ ਵਿੱਚ ਉਹ ਜ਼ਿਆਦਾ ਬਿਊਰੋਕਰੇਟ ਹਾਵੀ ਰਹੇ ਨੇ, ਜਾਂ ਜਿਹੜੇ ਵੱਡੇ ਇੰਡਸਟਰੀਲਿਸਟ ਘਰਾਣੇ ਨੇ ਉਹਨਾਂ ਦੀ ਸ਼ਮੂਲੀਅਤ ਜ਼ਿਆਦਾ ਰਹੀ ਹੈ। ਤਾਂ ਨੈਚੁਰਲੀ ਜਿਸ ਕਿਸਮ ਦੀ ਬਣਤਰ ਹੋਏਗੀ ਕਿਸੇ ਕਮੇਟੀ ਜਾਂ ਕਮਿਸ਼ਨ ਦੀ, ਉਸ ਕਿਸਮ ਦੀਆਂ ਰਿਕਮੈਂਡੇਸ਼ਨ ਜਿਹੜੀਆਂ ਆਉਣੀਆਂ ਉਹ ਸੁਭਾਵਿਕ ਹੁੰਦੀਆਂ ਨੇ। ਤਾਂ ਪਹਿਲਾਂ ਤਾਂ ਇਹਨਾਂ ਨੇ ਸਭ ਤੋਂ ਵੱਡਾ ਜਿਹੜਾ ਪੁਆਇੰਟ ਆਊਟ ਕੀਤਾ ਉਹ ਸਾਡੀ ਸਟੇਟ ਦੀ ਇਕੋਨਮੀ 'ਤੇ ਜਿਹੜੀ ਉਂਗਲ ਚੱਕੀ ਹੈਗੀ ਹੈ। ਤਾਂ ਇਹਨਾਂ ਨੇ ਕਿਹਾ ਕਿ ਪੂਰੇ ਸਮੁੱਚੇ ਦੇਸ਼ ਦੇ ਵਿੱਚੋਂ ਪੰਜਾਬ ਵਾਹਿਦ ਇੱਕ ਇਹੋ ਜਿਹਾ ਸੂਬਾ ਹੈ ਜਿਹੜੀ ਮਾਲੀ ਹਾਲਤ ਹੈ ਜਾਂ ਮਾਲੀ ਜਿਹੜਾ ਸੰਕਟ ਹੈ ਉਹ ਬਹੁਤ ਗਹਿਰਾ ਹੈਗਾ। ਜੇ ਆਪਾਂ GDP ਦੇ ਲਿਹਾਜ਼ ਨਾਲ ਦੇਖੀਏ, ਜਿਸ ਤਰ੍ਹਾਂ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਰਿਪੋਰਟ ਦੇ ਵਿੱਚ, ਤਾਂ ਪੰਜਾਬ ਜਿਹੜਾ ਸਾਲ 2000 ਦੇ ਵਿੱਚ ਤੀਜੇ ਨੰਬਰ 'ਤੇ ਸੀ, ਉਹ ਸਾਲ 2019 ਦੇ ਵਿੱਚ 10ਵੇਂ ਨੰਬਰ 'ਤੇ ਜਿਹੜਾ ਪਹੁੰਚ ਚੁੱਕਾ ਹੈਗਾ। ਤਾਂ ਜਿਵੇਂ ਪਹਿਲਾਂ ਹੀ ਆਪਾਂ ਕਈ ਵਾਰ ਗੱਲ ਕੀਤੀ ਹੈ ਕਿ ਸਾਡੀ ਸਟੇਟ ਦੇ ਸਿਰ ਤਕਰੀਬਨ ਪੌਣੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਰਿਪੋਰਟ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਅਸੀਂ ਆਪਣੇ ਜਿਹੜੇ ਸਾਡਾ ਰੈਵਨਿਊ ਰਸੀਟ ਹੈ ਉਹਦਾ ਜਿਹੜਾ 26% ਹੈ ਉਹ ਅਸੀਂ ਵਿਆਜ ਤਾਰਨ ਦੇ ਉੱਪਰ ਲਗਾ ਦਿੰਦੇ ਹੈਗੇ ਹਾਂ। ਤਾਂ ਜਿਸ ਤਰ੍ਹਾਂ ਦੀ ਕੰਡੀਸ਼ਨ ਹੈ ਸਾਡੀ ਸਟੇਟ ਦੀ, ਉਸ ਦਾ ਜਿਹੜਾ ਉਸਨੂੰ ਇੱਕ ਸ਼ੀਸ਼ੇ ਵਾਂਗ ਦਿਖਾਇਆ ਲੋਕਾਂ ਦੇ ਸਨਮੁਖ ਜਾਂ ਸਰਕਾਰ ਦੇ ਸਨਮੁਖ ਰੱਖਿਆ।
ਇਹ ਵੱਖਰੀ ਗੱਲ ਹੈ ਕਿ ਸਾਡੀ ਸਰਕਾਰ ਕਹਿੰਦੀ ਹੈ ਕਿ ਅਸੀਂ ਸਮਾਰਟ ਸਕੂਲ ਬਣਾਤੇ ਜਾਂ ਅਸੀਂ ਇੰਨੀ ਡਿਵੈਲਪਮੈਂਟ ਕਰਤੀ ਜਾਂ ਕਰੋਨਾ ਦੇ ਪੀਰੀਅਡ ਦੇ ਵਿੱਚ ਅਸੀਂ ਬੜੀ ਅੱਛੀ ਮੈਨੇਜਮੈਂਟ ਕੀਤੀ ਹੈ, ਬਹੁਤ ਸਾਰੀਆਂ ਜਿਹੜੀਆਂ ਡੈਥਸ ਤੋਂ ਜਾਂ ਮਾਰ ਤੋਂ ਅਸੀਂ ਬਚੇ ਹਾਂ। ਇਸ ਕਿਸਮ ਦੀਆਂ ਟਾਰਾਂ ਜਿਹੜੀਆਂ ਪੰਜਾਬ ਗੌਰਮੈਂਟ ਕਰਦੀ ਹੈ, ਪਰ ਇਹ ਰਿਪੋਰਟ ਹੈ ਇਹਨਾਂ ਟਾਰਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਅਗੇਂਸਟ ਇੱਕ ਸਾਨੂੰ ਝਾਤ ਪਵਾਉਂਦੀ ਹੈਗੀ ਹੈ। ਤਾਂ ਆਪਾਂ ਜੇ ਗੱਲ ਮੇਨ ਰਿਕਮੈਂਡੇਸ਼ਨਾਂ ਦੀ ਗੱਲ ਕਰੀਏ, ਕਿਉਂਕਿ ਸਾਡਾ ਖੇਤੀ ਪ੍ਰਧਾਨ ਸੂਬਾ ਹੈਗਾ, ਤਾਂ ਆਪਾਂ ਗੱਲ ਖੇਤੀ ਤੋਂ ਸ਼ੁਰੂ ਕਰਦੇ ਹਾਂ। ਕਿਉਂਕਿ ਇਹ ਪੈਨਲ ਨੇ ਜਦੋਂ ਪਹਿਲੀ ਰਿਪੋਰਟ ਦਿੱਤੀ ਸੀ, ਬਹੁਤ ਸਾਰੀਆਂ ਰਿਕਮੈਂਡੇਸ਼ਨ ਜਿਹੜੀਆਂ ਖੇਤੀਬਾੜੀ ਨੂੰ ਲੈ ਕੇ ਦਿੱਤੀਆਂ ਸੀ, ਪਰ ਇਸ ਵਾਰ ਇਸ ਰਿਪੋਰਟ ਦੇ ਵਿੱਚ ਖੇਤੀ ਨੂੰ ਲੈ ਕੇ ਬਹੁਤੀਆਂ ਰਿਕਮੈਂਡੇਸ਼ਨ ਜਿਹੜੀਆਂ ਕੀਤੀਆਂ ਨਹੀਂ ਗਈਆਂ। ਬਹੁਤੀ ਜਿਹੜੀ ਚੁੱਪ ਹੈ ਜਿਹੜੀ ਧਾਰੀ ਗਈ ਹੈ, ਉਹਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਜਿਹੜੀ ਪਹਿਲੀ ਰਿਪੋਰਟ ਪੰਜਾਬ ਸਰਕਾਰ ਨੂੰ ਦਿੱਤੀ ਗਈ ਸੀ, ਉਹਦੇ ਵਿੱਚ ਪੰਜਾਬ ਸਰਕਾਰ ਨੇ ਉਸ 'ਤੇ ਰਿਪੋਰਟ 'ਤੇ ਕੋਈ ਟਿੱਪਣੀਆਂ ਨਹੀਂ ਕੀਤੀਆਂ ਜਾਂ ਉਸ ਰਿਪੋਰਟ ਨੂੰ ਲੈ ਕੇ ਕੋਈ ਫੀਡਬੈਕ ਹੈ ਜਿਹੜੀ ਉਹ ਪੈਨਲ ਤੱਕ ਪਹੁੰਚਦੀ ਨਹੀਂ ਕੀਤੀ। ਸ਼ਾਇਦ ਉਹਦੇ ਵਿੱਚ ਇੱਕ ਇਹ ਵੀ ਕਿਹਾ ਗਿਆ ਹੈ ਕਿ ਸ਼ਾਇਦ ਜਿਹੜਾ ਕਿਸਾਨਾਂ ਦੀ ਐਜੀਟੇਸ਼ਨ ਚੱਲਦੀ ਹੈ, ਇਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੇ ਥੋੜ੍ਹਾ ਜਿਹਾ ਟਾਲਾ ਵੱਟਿਆ ਜਾਂ ਪਾਸਾ ਵੱਟਿਆ ਹੈਗਾ। ਤਾਂ ਇਹ ਪੈਨਲ ਨੇ ਮੁੱਖ ਤੌਰ 'ਤੇ ਜਿਹੜਾ ਨਿਸ਼ਾਨਾ ਬਣਾਇਆ ਹੈਗਾ ਉਹ ਹੈਗਾ ਜੀ ਪਾਵਰ ਸਬਸਿਡੀ, ਜਿਹਦੀ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈਗੀ ਹੈ। ਤਾਂ ਇਹ ਬੜੇ ਤਰੀਕੇ ਨਾਲ, ਕਿਉਂਕਿ ਇਹ ਪੈਨਲ ਨੂੰ ਵੀ ਡਰ ਸੀ, ਕਿਉਂਕਿ ਪਿਛਲੀ ਵਾਰ ਵੀ ਚੀਫ ਮਿਨਿਸਟਰ ਨੂੰ ਸਫਾਈ ਦੇਣੀ ਪਈ ਸੀ ਕਿ ਅਸੀਂ ਜਿਹੜੀ ਮੋਟਰਾਂ ਦੇ ਬਿੱਲ ਹੈ ਉਹ ਨਹੀਂ ਲਾਗੂ ਕਰਾਂਗੇ ਜਾਂ ਮੁਫਤ ਬਿਜਲੀ ਜਿਹੜੀ ਸਹੂਲਤ ਹੈ ਕਿਸਾਨਾਂ ਨੂੰ ਦਿੱਤੀ ਜਾਂਦੀ ਉਹਨੂੰ ਖਤਮ ਨਹੀਂ ਕਰਾਂਗੇ। ਤਾਂ ਇਸ ਡਰ ਦੇ ਵਿੱਚ ਇਸ ਪੈਨਲ ਨੇ ਜਿਹੜੀ ਰਿਕਮੈਂਡੇਸ਼ਨ ਹੈ ਉਹ ਬੜੀ ਇਨਡਾਇਰੈਕਟ ਵੇ ਦੇ ਵਿੱਚ ਦਿੱਤੀ ਹੈ, ਤਾਂ ਕਿ ਕਿਸੇ ਨੂੰ ਉਸ ਤੋਂ ਪਤਾ ਨਾ ਲੱਗ ਸਕੇ ਔਰ ਮਸਲਾ ਵੀ ਹੱਲ ਹੋ ਜੇ। ਸਰਕਾਰ ਤੱਕ ਆਪਣੀ ਗੱਲ ਵੀ ਪਹੁੰਚਦੀ ਕਰਦੀ ਹੈ, ਰਿਕਮੈਂਡੇਸ਼ਨ ਵੀ ਦੇ ਦਿੰਦੀ ਹੈ, ਆਮ ਲੋਕਾਂ ਦੇ ਵਿੱਚ ਇਸ ਦਾ ਰੌਲਾ ਵੀ ਨਾ ਪਵੇ। ਪਰ ਇਹਦੇ ਵਿੱਚ ਇੱਕ ਤਰੀਕੇ ਨਾਲ ਇਹ ਗੱਲ ਕਹਿ ਦਿੱਤੀ ਹੈ ਕਿ ਕਿਸਾਨਾਂ ਨੂੰ ਜਿਹੜੀ ਮੁਫਤ ਬਿਜਲੀ ਦੀ ਸਹੂਲਤ ਮਿਲਦੀ ਹੈ ਉਹ ਖਤਮ ਹੋਣੀ ਚਾਹੀਦੀ ਹੈ। ਉਹਦਾ ਵੇ ਆਊਟ ਕੀ ਕੱਢਿਆ, ਉਹਦੇ ਵਿੱਚ ਕਿਹਾ ਗਿਆ ਕਿ ਜਿੰਨੀ ਕਿਸਾਨਾਂ ਨੂੰ ਮੁਫਤ ਬਿਜਲੀ ਮਿਲਦੀ ਹੈ ਉਹ ਕਿਸਾਨਾਂ ਤੋਂ ਬਿੱਲ ਲਏ ਜਾਣ ਬਿਜਲੀ ਦੇ, ਜਿਹੜੇ ਬਿੱਲ ਲਏ ਜਾਣਗੇ, ਜਿਹੜਾ ਕਿਸਾਨੀ ਦਾ ਇਨਪੁੱਟ ਕਾਸਟ ਹੈ ਉਹ ਬਿੱਲ ਉਹਦੇ ਵਿੱਚ ਇਨਕਲੂਡ ਹੋਣਗੇ। ਤਾਂ ਜਦੋਂ ਸਾਡੀ ਸੈਂਟਰਲ ਗੌਰਮੈਂਟ ਫਸਲਾਂ ਦੇ ਭਾਅ ਹੈ ਜਿਹੜੀ ਤੈਅ ਕਰਦੀ ਹੈ, ਤਾਂ ਸਾਡੀ ਜਿਹੜੀ ਇਨਪੁੱਟ ਕਾਸਟ ਬਿਜਲੀ ਵਾਲੀ ਵੀ ਇਨਕਲੂਡ ਹੋਏਗੀ, ਉਹਨੂੰ ਬੇਸ ਬਣਾ ਕੇ ਉਸ ਕਿਸਮ ਦੀ MSP ਜਿਹੜੀ ਤੈਅ ਕਰੇਗੀ। ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜਾ ਬਿਜਲੀ ਵਾਲਾ ਮਸਲਾ ਹੈਗਾ ਇਹ ਸੈਂਟਰ ਦੀ ਗੱਲ ਪਾਇਆ ਜਾਵੇ। ਦੂਸਰਾ ਹੈ ਸਾਨੂੰ ਇਹ ਜਿਹੜੀ ਫਸਲ ਦਾ ਭਾਅ ਹੈ ਉਹਦੇ ਵਿੱਚ ਹੀ ਇਸ ਨੂੰ ਇਨਕਲੂਡ ਕਰ ਦਿੱਤਾ ਜਾਵੇ, ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਸ ਨੂੰ ਬੰਦ ਕੀਤਾ ਜਾਵੇ। ਹੁਣ ਜੇ ਇਸ 'ਤੇ ਵੀ ਆਪਾਂ ਸਵਾਲ ਕਰਨਾ ਹੋਵੇ ਤਾਂ ਇਹ ਵੀ ਬਣਦਾ ਕਿ ਜਿਹੜੀ MSP ਆ ਉਹ ਪੂਰੇ ਮੁਲਕ ਲਈ ਔਰ ਕਾਫੀ ਫਸਲਾਂ ਲਈ ਤੈਅ ਹੁੰਦੀ ਹੈ। ਇਹ ਤਾਂ ਹੈ ਨਹੀਂ ਕਿ ਇਕੱਲੇ ਪੰਜਾਬ ਹਰਿਆਣਾ ਲਈ ਤੈਅ ਹੁੰਦੀ ਹੈ ਦੇਖ ਕੇ। ਤਾਂ ਜਿਹੜੀ ਬਿਜਲੀ ਦੀ ਮੁਫਤ ਸਹੂਲਤ ਹੈ ਉਹ ਤਾਂ ਪੰਜਾਬ 'ਚ ਦਿੱਤੀ ਜਾਂਦੀ ਹੈ ਜਾਂ ਕੁਝ ਇੱਕ ਦੁੱਕਾ ਸਟੇਟਾਂ ਦੇ ਵਿੱਚ ਹੋਰ ਦਿੱਤੀ ਜਾਂਦੀ ਹੈ, ਜਾਂ ਅਦਬ ਜੱਦੀ ਜਿਹੜੀ ਹੈਗੀ ਹੈ ਹਰਿਆਣਾ ਦੇ ਵਿੱਚ ਵੀ ਦਿੱਤੀ ਜਾਂਦੀ ਹੈ। ਤਾਂ ਉੱਥੇ ਕਿਹੜਾ ਸਾਡੇ ਬਿਜਲੀ ਦੇ ਖਰਚੇ ਵਿੱਚ ਜਾਂ ਜਿਹੜੇ ਬਿੱਲ ਹੈ ਖਰਚਾ ਆਉਂਦਾ ਜਿੰਨਾ ਉਸ ਨੂੰ ਇਨਕਲੂਡ ਕਰਕੇ MSP ਤੈਅ ਹੁੰਦੀ ਹੈ। ਤਾਂ ਕਿਸਾਨ ਵੀ ਸਾਡੇ ਭਰਾ ਜਿਹੜੇ ਮੰਗਦੇ ਹੈਗੇ ਨੇ, ਉਹ ਕਹਿੰਦੇ ਨੇ ਕਿ ਸਵਾਮੀਨਾਥਨ ਦੀ ਜਿਹੜੀ ਕਮੇਟੀ ਦੀ ਰਿਪੋਰਟ ਹੈ ਉਸ ਨੂੰ ਇੰਪਲੀਮੈਂਟ ਕਰ ਦਿੱਤਾ ਜਾਵੇ, ਸਾਨੂੰ ਸਾਡੀਆਂ ਜਿਨਸਾਂ ਦਾ ਲਾਹੇਵੰਦ ਭਾਅ ਮਿਲੇ। ਤਾਂ ਉਹ ਤਾਂ ਇਹ ਡਿਮਾਂਡ ਹੀ ਨਹੀਂ ਕਰਦੇ। ਪਰ ਸਾਡੀਆਂ ਸਰਕਾਰਾਂ ਨੂੰ ਇਹ ਗੱਲ ਫਿੱਟ ਬਹਿੰਦੀ ਹੈ, ਸਾਨੂੰ ਪੰਜਾਬ ਸਰਕਾਰ ਦੀ ਜਿਹੜੀ ਵੀ ਹੁਕਮਰਾਨ ਪਾਰਟੀ ਹੁੰਦੀ ਹੈ ਉਹਨੂੰ ਲੱਗਦਾ ਕਿ ਅਸੀਂ 6500-6700 ਕਰੋੜ ਰੁਪਏ ਦੀ ਖੇਤੀ ਸੈਕਟਰ ਨੂੰ ਮੁਫਤ ਬਿਜਲੀ ਦੇ ਕੇ ਇੱਕ ਵਾਹ ਖੱਟੀ ਜਾਈਏ। ਤਾਂ ਇਹ ਪੈਨਲ ਨੇ ਕਿਹਾ ਕਿ ਇਸ ਨਾਲ ਜਿਹੜਾ ਪਾਣੀ ਦੀ ਵੀ ਧਰਤੀ ਹੇਠਲਾ ਗਰਾਊਂਡ ਵਾਟਰ ਹੈ ਉਹ ਬਹੁਤ ਨੀਵਾਂ ਜਾ ਰਿਹਾ ਹੈਗਾ, ਇਸ ਕਰਕੇ ਇਹ ਸਬਸਿਡੀ ਹੈ ਜਿਹੜੀ ਇਹ ਬੰਦ ਕੀਤੀ ਜਾਣੀ ਚਾਹੀਦੀ ਹੈ। ਬਲਕਿ ਇਸ ਪੈਨਲ ਨੇ ਤਾਂ ਸੈਂਟਰ ਗੌਰਮੈਂਟ ਨੂੰ 2 ਸਟੈਪ ਅੱਗੇ ਰੱਖ ਲਏ ਨੇ, ਕਿਉਂਕਿ ਜਿਹੜਾ ਹੁਣ ਮੌਜੂਦਾ ਸੈਸ਼ਨ ਪਾਰਲੀਮੈਂਟ ਦਾ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੀ ਇਲੈਕਟ੍ਰੀਸਿਟੀ ਅਮੈਂਡਮੈਂਟ ਐਕਟ ਨੂੰ ਲੈ ਕੇ ਆ ਰਹੇ ਨੇ। ਉਹ ਇਲੈਕਟ੍ਰੀਸਿਟੀ ਅਮੈਂਡਮੈਂਟ ਐਕਟ ਦੇ ਵਿੱਚ ਤਾਂ DBT ਦੀ ਗੱਲ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਸਬਸਿਡੀ ਹੈ ਜਿਹੜੀ ਸਿੱਧੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾਵੇ। ਪਰ ਇਸ ਪੈਨਲ ਨੇ ਤਾਂ ਉਸ ਤੋਂ ਵੀ ਅੱਗੇ ਗੱਲ ਕਹਿ ਦਿੱਤੀ ਹੈ ਕਿ ਸਬਸਿਡੀ ਖਤਮ ਹੀ ਕਰ ਦਿੱਤੀ ਜਾਵੇ, ਇਸ ਨੂੰ MSP ਦੇ ਵਿੱਚ ਇਨਕਲੂਡ ਕਰ ਦਿੱਤਾ ਜਾਵੇ ਸੈਂਟਰ ਗੌਰਮੈਂਟ ਵੱਲੋਂ। ਇੱਕ ਤਾਂ ਆਤਿਸ਼ ਮੁੱਖ ਤੌਰ 'ਤੇ ਇਹ ਖੇਤੀ ਨਾਲ ਜੁੜੀ ਹੋਈ ਗੱਲ ਹੈਗੀ ਹੈ। ਦੂਸਰੀ ਹੈਗੀ ਕ੍ਰਾਸ ਸਬਸਿਡੀ ਦੀ ਗੱਲ ਹੈ। ਕ੍ਰਾਸ ਸਬਸਿਡੀ ਉਹ ਕਹਿੰਦੇ ਖਤਮ ਕੀਤੀ ਜਾਵੇ। ਉਹ ਕਹਿੰਦੇ ਜੇ ਕਿਤੇ ਤੁਸੀਂ SC BC ਜਾਂ ਫਰੀडम ਫਾਈਟਰ ਜਾਂ BPL ਫੈਮਲੀਜ਼ ਨੂੰ ਤੁਸੀਂ ਮੁਫਤ ਯੂਨਿਟ ਸਹੂਲਤ ਦੇਣਾ ਚਾਹੁੰਦੇ ਹੋ, ਜਿਸ ਤਰ੍ਹਾਂ 200 ਯੂਨਿਟ ਪਹਿਲਾਂ ਦਿੱਤੇ ਜਾ ਰਹੇ ਹੈ 23 ਲੱਖ ਪਰਿਵਾਰਾਂ ਨੂੰ, ਉਹ ਕਹਿੰਦੇ ਤੁਸੀਂ ਆਪਣੇ ਬਜਟ ਦੇ ਵਿੱਚੋਂ ਸਿੱਧਾ ਦਿਓ। ਹੁਣ ਕੀ ਹੁੰਦਾ ਕ੍ਰਾਸ ਸਬਸਿਡੀ ਕੀ ਹੁੰਦਾ ਹੈ ਕਿ ਅਸੀਂ ਦੂਸਰਾ ਕਮਰਸ਼ੀਅਲ ਇੰਡਸਟਰੀਅਲ ਉਹਨਾਂ 'ਤੇ ਭਾਰ ਪਾ ਦਿੰਦੇ ਹਾਂ, ਉਹਨਾਂ ਦਾ ਭਾਰ ਹੈ ਜਿਹੜਾ ਮੁਫਤ, ਉਹਨਾਂ ਦੇ ਬਦਲੇ ਦੇ ਵਿੱਚ ਅਸੀਂ ਮੁਫਤ ਜਿਹੜੀ ਬਿਜਲੀ ਹੈ ਉਹ ਕਿਸਾਨਾਂ ਨੂੰ ਦੇ ਰਹੇ ਹਾਂ ਕੁਛ ਕੁ
700 ਕਰੋੜ ਕ੍ਰਾਸ ਸਬਸਿਡੀ ਦਾ ਲੈ ਕੇ, ਕੁਛ ਹੈ ਜਿਹੜਾ SCBC ਨੂੰ ਦੇ ਰਹੇ ਆ। ਉਹ ਕਹਿੰਦੇ ਵੀ ਇਹਨਾਂ ਦਾ ਬੋਝ ਜਿਹੜਾ ਮੁਫਤ ਬਿਜਲੀ ਦੇਣ ਦਾ ਯੂਨਿਟ ਜਾਂ 200 ਯੂਨਿਟ ਜਾਂ ਐਗਰੀਕਲਚਰ ਸੈਕਟਰ ਨੂੰ, ਇਹਦਾ ਭਾਰ ਦੂਸਰੇ ਕਿਸੇ ਸੈਕਸ਼ਨ ਦੇ ਉੱਪਰ ਨਾ ਪਾਇਆ ਜਾਵੇ। ਜੇ ਸਰਕਾਰ ਚਾਹੁੰਦੀ ਹੈ ਤਾਂ ਉਹ ਡਾਇਰੈਕਟ ਆਪਣੇ ਬਜਟ ਦੇ ਵਿੱਚੋਂ ਇਸ ਦੀ ਪ੍ਰੋਵੀਜ਼ਨ ਕਰੇ, ਕ੍ਰਾਸ ਸਬਸਿਡੀ ਨੂੰ ਖਤਮ ਕਰਨ ਦੀ ਗੱਲ ਕੀ ਗਈ ਹੈ। ਤੀਸਰਾ ਪਾਵਰ ਸੈਕਟਰ ਨਾਲ ਜੁੜੀ ਹੋਈ ਗੱਲ ਇੱਕ ਇਹ ਹੈ ਕਿ ਉਹ ਕਹਿੰਦੇ ਕਿ ਇੱਕ ਤੁਸੀਂ ਥਰਮਲ ਆਲਰੇਡੀ ਪਬਲਿਕ ਸੈਕਟਰ ਦਾ ਬੰਦ ਕਰ ਦਿੱਤਾ, ਬਠਿੰਡਾ ਥਰਮਲ ਪਲਾਂਟ। ਬਿਲਕੁਲ। ਉਸ ਤੋਂ ਇਲਾਵਾ ਕਹਿੰਦੇ 2 ਥਰਮਲ ਪਲਾਂਟ ਹੈ ਜਿਹੜੇ ਪਬਲਿਕ ਸੈਕਟਰ ਦੇ, ਉਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਵੇ, ਕਿਉਂਕਿ ਉਹਨਾਂ ਦੀ ਬਿਜਲੀ ਹੈ ਜਿਹੜੀ ਉਹ ਬੜੀ ਮਹਿੰਗੀ ਪੈਂਦੀ ਹੈ। ਤਾਂ ਇੱਥੇ ਵੀ ਜਿਹੜੇ ਮਾਹਰ ਹੈ ਉਹ ਪੁਆਇੰਟ ਆਊਟ ਕਰਦੇ ਨੇ, ਉਹ ਕਹਿੰਦੇ ਨੇ ਕਿ ਜੇ ਕਿਸੇ ਤੁਸੀਂ ਪ੍ਰੋਜੈਕਟ ਨੂੰ ਲੰਬਾ ਅਰਸਾ ਬੰਦ ਰੱਖੋਗੇ ਤਾਂ ਨੈਚੁਰਲੀ ਜਿਹੜਾ ਕਾਸਟ ਹੈ ਜਿਹੜੀ ਬਿਜਲੀ ਦੀ ਉਹ ਵਧੇਗੀ। ਹੁਣ ਬਠਿੰਡਾ ਔਰ ਲਹਿਰਾ ਔਰ ਰੋਪੜ ਥਰਮਲ ਨੂੰ ਜਿਹੜਾ ਬਹੁਤ ਘੱਟ ਚਲਾਇਆ ਜਾਂਦਾ ਹੈਗਾ, ਜਦੋਂ ਪੀਕ ਸੀਜ਼ਨ ਹੁੰਦਾ ਉਦੋਂ ਚਲਾਇਆ ਜਾਂਦਾ, ਤਾਂ ਨੈਚੁਰਲੀ ਉਹ ਫਿਰ ਉਹ ਕਾਸਟ ਜ਼ਿਆਦਾ ਕਰੇਗੀ। ਤਾਂ ਇਹ ਵੀ ਸਾਨੂੰ ਇਹ ਝੌਲਾ ਸਿੱਧਾ ਪੈਂਦਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਨਿੱਜੀਕਰਨ ਦੇ ਰਾਹ ਵੱਲ ਤੁਰੇ ਜਾਂ ਕਾਰਪੋਰੇਟਾਂ ਦੀ ਪੱਖ ਪੂਰਨ ਦੀ ਗੱਲ ਕਰਦੇ ਹਾਂ। ਤਾਂ ਇਹਨਾਂ ਨੇ ਪਬਲਿਕ ਸੈਕਟਰ ਦੇ ਜਿਹੜੇ ਥਰਮਲ ਪਲਾਂਟ ਹੈ ਉਹਨਾਂ ਨੂੰ ਤਾਂ ਪੁਆਇੰਟ ਆਊਟ ਕਰ ਦਿੱਤਾ ਕਿ ਉਹਨਾਂ ਦਾ ਬੂਹੇ ਬੰਦ ਕਰ ਦਿਓ ਤੁਸੀਂ, ਪਰ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਹੈ ਉਹਨਾਂ ਬਾਰੇ ਕਮੇਟੀ ਬਿਲਕੁਲ ਚੁੱਪ ਹੈ। ਸਾਨੂੰ ਗੋਇੰਦਵਾਲ ਥਰਮਲ ਪਲਾਂਟ ਤੋਂ ਇਸ ਵੇਲੇ 10 ਰੁਪਏ ਪ੍ਰਤੀ ਯੂਨਿਟ ਜਿਹੜੀ ਬਿਜਲੀ ਹੈ ਉਹ ਕਾਸਟ ਕਰਦੀ ਹੈ, ਉਹਦੇ ਬਾਰੇ ਬਿਲਕੁਲ ਚੁੱਪ ਹੈ। ਬਿਜਲੀ ਸਮਝੌਤਿਆਂ ਦਾ, ਖਰੀਦ ਸਮਝੌਤਿਆਂ ਦਾ ਰੌਲਾ ਪੰਜਾਬ ਦੇ ਵਿੱਚ ਕਿੰਨਾ ਪੈ ਰਿਹਾ, ਉਹਦੇ ਬਾਰੇ ਜਿਹੜਾ ਪੈਨਲ ਹੈ ਉਹ ਬਿਲਕੁਲ ਚੁੱਪ ਹੈ। ਇਸੇ ਤਰ੍ਹਾਂ ਬਿਜਲੀ ਚੋਰੀ ਪੰਜਾਬ ਦੇ ਵਿੱਚ ਹਰ ਸਾਲ 1200 ਕਰੋੜ ਤੋਂ ਲੈ ਕੇ 1500 ਕਰੋੜ ਦੀ ਹੁੰਦੀ ਹੈ। ਔਰ ਸਾਡੇ ਪੋਲੀਟੀਕਲ ਲੋਕ ਹੈ ਜਿਹੜੇ ਉਹਨਾਂ ਨੂੰ ਸਰਪ੍ਰਸਤੀ ਦਿੰਦੇ ਨੇ ਕਿ ਜਦੋਂ ਸਟੇਜਾਂ 'ਤੇ ਕਹਿੰਦੇ ਕਿ ਤੁਸੀਂ ਸਿੱਧੀਆਂ ਕੁੰਡੀਆਂ ਲਾਓ, ਸਾਡੀ ਸਰਕਾਰ ਆਉਣ 'ਤੇ ਤੁਹਾਨੂੰ ਕੋਈ ਫੜੇਗਾ ਨਹੀਂ, ਤਾਂ ਨੈਚੁਰਲੀ ਹੱਲਾਸ਼ੇਰੀ ਦਿੰਦੇ ਅਸੀਂ। ਜਿਹੜੇ ਬਾਰਡਰ ਦੇ ਜ਼ਿਲ੍ਹੇ ਹੈਗੇ ਨੇ ਉੱਥੇ ਬਹੁਤ ਜ਼ਿਆਦਾ ਜਿਹੜੀ ਬਿਜਲੀ ਚੋਰੀ ਹੁੰਦੀ ਹੈ, ਉਹਦੇ ਬਾਰੇ ਚੁੱਪ ਹੈ। ਸਟੇਟ ਗੌਰਮੈਂਟ ਨੇ ਕਿੰਨੇ ਬਿਜਲੀ ਦੇ ਬਿੱਲ ਹੈ ਜਿਹੜੇ ਦਫ਼ਤਰਾਂ ਦੇ ਕਰੋੜਾਂ ਰੁਪਏ ਖੜੇ ਹੈ, ਉਹ ਅਜੇ ਤੱਕ ਨਹੀਂ, ਉਹਦੇ ਬਾਰੇ ਚੁੱਪ ਹੈ। ਬਿਜਲੀ ਸਬਸਿਡੀ ਟਾਈਮ ਸਿਰ ਪੰਜਾਬ ਸਰਕਾਰ ਨਹੀਂ ਦਿੰਦੀ, ਉਹਦੇ ਬਾਰੇ ਪੈਨਲ ਚੁੱਪ ਹੈ। ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਡੇ ਮਾਹਰ ਉਠਾ ਰਹੇ ਨੇ ਕਿ ਉਹਨਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਕੀਤਾ ਜਾਣਾ ਚਾਹੀਦਾ ਸੀ, ਪਰ ਇਹਦੇ ਵਿੱਚ ਨਿਸ਼ਾਨਾ ਜਿਹੜਾ ਉਹ ਜਾਂ ਤਾਂ ਕਿਸਾਨ ਨੂੰ ਬਣਾਇਆ ਗਿਆ ਤੇ ਜਾਂ ਫਿਰ ਪਬਲਿਕ ਸੈਕਟਰ ਨੂੰ ਬਣਾਇਆ ਗਿਆ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਇਸ ਪੈਨਲ ਦੀ ਰਿਪੋਰਟ ਦੇ ਵਿੱਚ ਬਹੁਤ ਕੁਝ ਅਜਿਹਾ ਹੈ ਜਿਹੜਾ ਇੰਡਸਟਰੀ ਦਾ ਪੱਖ ਪੂਰਦਾ, ਅਸੀਂ ਜਾਣਨਾ ਚਾਹਾਂਗੇ ਇੰਡਸਟਰੀ ਦਾ ਪੱਖ ਪੂਰਨ ਵਾਲੀ ਕਿਹੜੀ ਗੱਲਾਂ ਜਿਹੜੀ ਹੈਗੇ ਪੈਨਲ ਨੇ ਕੀਤੀਆਂ। ਦੇਖੋ, ਜਦੋਂ ਪੈਨਲ ਦੇ ਵਿੱਚ ਜ਼ਿਆਦਾ ਲੋਕ ਇੰਡਸਟਰੀ ਵਾਲੇ ਨੇ ਤਾਂ ਨੈਚੁਰਲੀ ਉਹਨਾਂ ਦੀ ਪੱਖ ਵਾਲੀਆਂ ਜਿਹੜੀਆਂ ਗੱਲਾਂ ਆਉਣਗੀਆਂ। ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਮੌਜੂਦਾ ਇੰਡਸਟਰੀ ਨੂੰ ਤੁਸੀਂ ਰਿਆਇਤਾਂ ਦੇ ਰਹੇ ਹੋ ਪੰਜਾਬ ਸਰਕਾਰ, ਉਹ ਘੱਟ ਨੇ। ਇੰਡਸਟਰੀ ਨੂੰ ਜਿਹੜੀਆਂ ਰਿਆਇਤਾਂ ਔਰ ਜਿਹੜੀਆਂ ਐਗਜ਼ੈਂਪਸ਼ਨਾਂ ਨੇ ਉਹ ਹੋਰ ਜ਼ਿਆਦਾ ਮਿਲਣੀਆਂ ਚਾਹੀਦੀਆਂ। ਜਿਸ ਤਰ੍ਹਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਵਿੱਚ ਰਿਆਇਤ ਦਿੱਤੀ ਹੈ, ਉਹ ਕਹਿੰਦੇ ਬਿਲਕੁਲ ਨਾਕਾਫੀ ਹੈ। ਕਹਿੰਦੇ ਇਕੱਲੀ ਇਹਦੇ ਨਾਲ ਗੱਲ ਨਹੀਂ ਬਣਦੀ, ਇਸ ਤੋਂ ਜ਼ਿਆਦਾ ਜਿਹੜੀ ਉਹਨਾਂ ਨੂੰ ਕਾਸਟ ਪੈਂਦੀ ਹੈ ਉਹਨਾਂ ਤੋਂ ਤੁਸੀਂ ਫਿਕਸ ਚਾਰਜ ਲੈ ਰਹੇ ਹੋ ਇੰਡਸਟਰੀ ਤੋਂ, ਤੁਸੀਂ ਉਹਨਾਂ 'ਤੇ ਜਿਹੜਾ ਅੱਗੇ ED 20% ਲੈ ਲੈਂਦੇ ਹੋ। ਤਾਂ ਉਹ ਕਹਿੰਦੇ ਨੇ ਕਿ ਵੀ ਇਹਦੇ ਨਾਲ ਗੱਲ ਨਹੀਂ ਬਣਨੀ ਕਿ ਸਿਰਫ 5 ਰੁਪਏ ਤੁਸੀਂ ਯੂਨਿਟ ਬਿਜਲੀ ਦੇਤੀ ਤੇ ਪੱਲਾ ਝਾੜ ਲਿਆ ਆਪਣਾ। ਉਹ ਕਹਿੰਦੇ ਇੰਡਸਟਰੀ ਨੂੰ ਹੋਰ ਵੀ ਬਹੁਤ ਸਾਰੀਆਂ ਰਿਆਇਤਾਂ ਦਿੱਤੇ ਜਾਣ ਦੀ ਲੋੜ ਹੈ, ਕਿਉਂਕਿ ਕੋਵਿਡ ਦੇ ਵਿੱਚ ਸਭ ਤੋਂ ਵੱਡੀ ਸੱਟ ਹੈ ਉਹ ਕਹਿੰਦੇ ਕਿ ਇੰਡਸਟਰੀ ਨੂੰ ਪਈ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਹੌਸਪਿਟੈਲਿਟੀ ਦਾ ਖੇਤਰ ਹੈ ਇਸ ਨੂੰ ਵੀ ਤੁਸੀਂ ਕੁਛ ਰਿਆਇਤਾਂ ਜਿਹੜੀਆਂ ਦੇਣੀਆਂ ਬਣਦੀਆਂ ਨੇ। ਜਿਵੇਂ ਉਹਨਾਂ ਨੇ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ 2 ਸਾਲ ਦਾ ਜਿਹੜੇ ਫਿਕਸ ਚਾਰਜ ਹੈ ਉਹ ਇਹਨਾਂ ਦੇ ਉਹ ਮਾਫ ਕਰ ਦਿੱਤੇ ਜਾਣ ਹੌਸਪਿਟੈਲਿਟੀ ਦੇ ਵਿੱਚ ਜਾਂ ਖਾਸ ਕਿਸਮ ਦੀ ਕੋਈ ਇੰਡਸਟਰੀ ਦੇ ਵਿੱਚ। ਇਸ ਤਰ੍ਹਾਂ GST ਦੇ ਵਿੱਚ ਕਿਹਾ ਕਿ 50% ਤੁਸੀਂ ਕੱਟ ਲਾ ਦਿਓ, ਮਾਫ ਕਰ ਦਿਓ। ਇਸ ਤਰ੍ਹਾਂ ਹੋਟਲ ਔਰ ਜਿਹੜੇ ਬਾਰ ਹੈ ਨਵੇਂ ਬਣਨੇ ਨੇ ਉਹਨਾਂ ਨੂੰ ਤੁਸੀਂ ਲਾਇਸੈਂਸ ਫੀਸ ਤੋਂ ਜਿਹੜੀ ਹੈਗੀ ਹੈ ਉਹ ਛੋਟ ਦੇ ਦਿਓ। ਇਸ ਕਿਸਮ ਦੀ ਛੋਟਾਂ ਦੀ ਗੱਲ ਕੀਤੀ ਗਈ ਹੈ। ਇਹਦੇ ਨਾਲ ਹੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਰੈਗੂਲੇਸ਼ਨਜ਼ ਹੈ, ਇੰਡਸਟਰੀ ਜਦੋਂ ਨਵਾਂ ਇਨਵੈਸਟਮੈਂਟ ਹੁੰਦੀ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਰੈਗੂਲੇਸ਼ਨਾਂ ਤੋਂ ਤੁਹਾਨੂੰ ਫ੍ਰੀ ਕੀਤਾ ਗਿਆ ਹੈ। ਤਾਂ ਉਹਨਾਂ ਨੇ ਸ਼ਾਬਾਸ਼ ਦਿੱਤੀ ਹੈ ਕਿ ਠੀਕ ਹੈ ਕਿ ਤੁਹਾਨੂੰ ਕੋਈ ਇੰਡਸਟਰੀ ਆਵੇ ਓਪਨ ਕਰ ਦਿਓ, ਜੀ ਲਾਵੇ, ਤੁਹਾਨੂੰ ਕਿਤੇ ਵੀ ਕੋਈ NOC ਲੈਣ ਦੀ ਕਿਸੇ ਕਿਸਮ ਦੀ ਲੋੜ ਨਾ ਪਵੇ। ਤਾਂ ਉਹਨਾਂ ਨੇ ਕਿਹਾ ਇਹ ਘੇਰਾ ਜਿਹੜਾ ਹੋਰ ਮੋਕਲਾ ਕਰਨਾ ਬਣਦਾ ਹੈਗਾ। ਤਾਂ ਉਹਦੇ ਨਾਲ ਕਈ ਪੁਆਇੰਟ ਆਊਟ ਵੀ ਕਈ ਕਿ ਇੰਡਸਟਰੀ ਜਿਹੜੀ ਪੋਲੂਸ਼ਨ ਵਾਲੀਆਂ ਵੀ ਹੁੰਦੀਆਂ ਨੇ ਇਸ ਕਿਸਮ ਦੀਆਂ, ਤਾਂ ਜੇ ਤੁਸੀਂ ਪੋਲੂਸ਼ਨ ਉਸ ਕਿਸਮ ਦੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਨਹੀਂ ਕਰੋਗੇ ਤਾਂ ਕੱਲ੍ਹ ਨੂੰ ਫਿਰ ਪੋਲੂਸ਼ਨ ਦੀ ਸਮੱਸਿਆ ਵੀ ਆਏਗੀ, ਇਨਵਾਇਰਮੈਂਟਲੀ ਵੀ ਇਸ ਕਿਸਮ ਦਾ ਖਤਰਾ ਬਣੇਗਾ। ਉਹ ਕਹਿੰਦੇ ਤੁਸੀਂ ਖੁੱਲ੍ਹੀਆਂ ਇਹਨਾਂ ਨੂੰ ਛੋਟਾਂ ਦੇ ਦਿਓ, ਓਪਨ ਕਰ ਦਿਓ ਤਾਂ ਕਿ ਇੰਡਸਟਰੀ ਹੋਰ ਵੱਧ ਫੁੱਲ ਸਕੇ। ਤਾਂ ਜਿੱਥੇ 5 ਰੁਪਏ ਯੂਨਿਟ ਵਾਲੀ ਆਪਾਂ ਜਦੋਂ ਗੱਲ ਕਰਦੇ ਹਾਂ ਰਿਆਇਤ ਵਾਲੀ, ਜਾਂ ਆਪਾਂ ਕਹਿੰਦੇ ਕਿ ਬਿਜਲੀ ਜਿਹੜੀ ਇੰਡਸਟਰੀਲਿਸਟਾਂ ਨੂੰ ਬਿਜਲੀ ਦੇਣੀ ਹੈ ਉਹਦੇ ਵਿੱਚ ਹੋਰ ਮਾਫੀ ਦਿੱਤੀ ਜਾਵੇ, ਤਾਂ ਦੇਖੋ ਇਹ ਪੈਨਲ ਦੀ ਕਿੱਡੀ ਹੈਰਾਨਗੀ ਦੀ ਗੱਲ ਹੈ ਕਿ ਸਿਰਫ ਇੱਕ ਵਰਗ ਦੀ ਗੱਲ ਕੀਤੀ ਹੈ। ਆਪਾਂ ਕਹਿੰਦੇ ਕਿ ਰਿਆਇਤ ਮਿਲਣੀ ਚਾਹੀਦੀ ਆ, ਇਹ ਆਪਾਂ ਇਸ ਦੇ ਖਿਲਾਫ ਨਹੀਂ ਖੜਦੇ, ਆਪਾਂ ਕਹਿੰਦੇ ਕਿ ਮਿਲਣੀ ਚਾਹੀਦੀ ਹੈ ਵਾਜਬ, ਪਰ ਉਹ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਹੁਣ ਆਮ ਕਾਮਨਰ ਹੈ ਜਿਹੜਾ ਆਮ ਪੰਜਾਬ ਦੇ ਲੋਕ ਹੈ ਉਹ ਤਾਂ ਮਹਿੰਗੀ ਬਿਜਲੀ ਬਾਲਦੇ ਨੇ,
ਉਹਨਾਂ ਦਾ ਘਰ ਦਾ ਜਿਹੜਾ ਵੱਡਾ ਬਜਟ ਹੈ ਉਹ ਬਿਜਲੀ ਦੇ ਵਿੱਚ ਚਲਾ ਜਾਂਦਾ ਹੈ। ਉਹਨਾਂ ਨੂੰ ਜਿਹੜੀ 10 ਰੁਪਏ ਬਿਜਲੀ ਜਾਂ 9 ਰੁਪਏ ਪੈਂਦੀ ਹੈ ਗੋਇੰਦਵਾਲ ਤੋਂ, ਉਹਦੀ ਪੈਨਲ ਦੇ ਵਿੱਚ ਗੱਲ ਨਹੀਂ ਕੀਤੀ ਗਈ। ਪਰ ਜਿਹੜੀ ਇੰਡਸਟਰੀਅਲਿਸਟ ਨੂੰ 5 ਰੁਪਏ ਪੈ ਰਹੀ ਹੈ ਉਹਨੂੰ ਇੱਕ ਪ੍ਰੋਮੀਨੈਂਟਲੀ ਜਿਹੜਾ ਹੈਗਾ ਉਭਾਰਿਆ ਗਿਆ। ਸੋ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਕਹੀਆਂ ਗਈਆਂ ਨੇ ਕਿ ਪਬਲਿਕ ਸੈਕਟਰ ਨੂੰ ਵੀ ਜਿਹੜੀ ਢਾਲ ਲਾਉਣ ਵਾਲੀ ਗੱਲ ਹੈ, ਤਾਂ ਕਿ ਜਿਹੜੇ ਜੇ ਥਰਮਲ ਬੰਦ ਹੋਣਗੇ, ਰੋਪੜ ਵਾਲਾ ਬੰਦ ਹੋਏਗਾ, ਲਹਿਰੇ ਵਾਲਾ ਥਰਮਲ ਬੰਦ ਹੋਏਗਾ, ਤਾਂ ਨੈਚੁਰਲੀ ਅਸੀਂ ਕਿਹਦਾ ਪੱਖ ਪੂਰ ਰਹੇ ਹਾਂ? ਅਸੀਂ ਜਿਹੜੇ ਪ੍ਰਾਈਵੇਟ ਥਰਮਲ ਆਲਰੇਡੀ ਰਹੇ ਉਹਨਾਂ ਨੂੰ ਜਸਟੀਫਾਈ ਕਰ ਰਹੇ ਹਾਂ, ਉਹਨਾਂ ਦੇ ਜਿਹੜੇ ਉਹਨਾਂ ਦੀ ਪਿੱਠ ਹੈ ਜਿਹੜੀ ਉਹ ਥਾਪੜ ਰਹੇ ਹਾਂ। ਜੀ ਜੀ ਚਰਨਜੀਤ ਜੀ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਿਵੇਂ ਦੱਸਿਆ ਸੀ ਵੀ ਕਿ ਇਹ ਪੈਨਲ ਦਾ ਗਠਨ ਜਿਹੜਾ ਹੈਗਾ ਕਰੋਨਾ ਦੌਰਾਨ ਕੀਤਾ ਗਿਆ ਸੀ। ਅਸੀਂ ਜਾਣਨਾ ਚਾਹਾਂਗੇ ਪੈਨਲ ਨੇ ਹੈਲਥ ਸਿਸਟਮ ਨੂੰ ਲੈ ਕੇ ਵੀ ਕੋਈ ਟਿੱਪਣੀ ਕੀਤੀ ਹੈਗੀ ਹੈ ਵੀ ਕਿ ਕਰੋਨਾ ਦੌਰਾਨ ਹਜ਼ਾਰਾਂ ਲੋਕ ਪੰਜਾਬ ਦੇ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਕਰੋਨਾ ਕਰਕੇ, ਵੱਡੀ ਗਿਣਤੀ 'ਚ ਲੋਕ ਬੇਰੁਜ਼ਗਾਰ ਹੋ ਚੁੱਕੇ ਨੇ, ਉਸ ਬਾਰੇ ਵੀ ਕੋਈ ਟਿੱਪਣੀ ਕੀਤੀ ਹੈ? ਹਾਂ, ਬਿਲਕੁਲ ਕੀਤੀ ਹੈ। ਜਿਸ ਤਰ੍ਹਾਂ ਸਾਡੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਤਾਂ ਇਹ ਕਹਿੰਦੇ ਆ ਰਹੇ ਨੇ ਕਿ ਸਾਡੀ ਮੈਨੇਜਮੈਂਟ ਹੈ ਬੜੀ ਵਧੀ ਰਹੀ, ਅਸੀਂ ਔਰ ਇਸ ਜਿਹੜੀ ਮਹਾਮਾਰੀ ਨਾਲ ਚੰਗੀ ਤਰ੍ਹਾਂ ਹੈਂਡਲ ਕੀਤਾ ਟਾਈਮਲੀ, ਤੇ ਅਸੀਂ ਰੋਕ ਸਕੇ ਹਾਂ ਜਿਹੜੀ ਫਸਟ ਵੇਵ ਔਰ ਸੈਕੰਡ ਵੇਵ। ਤੇ ਜਿਹੜੀ ਇਹ ਪੈਨਲ ਦੀ ਰਿਪੋਰਟ ਹੈ ਉਹਦੇ ਵਿੱਚ ਵੀ ਜਿਹੜਾ ਆਧਾਰ ਬਣਾਇਆ ਗਿਆ ਉਹ ਫਸਟ ਵੇਵ ਨੂੰ ਔਰ ਸੈਕੰਡ ਵੇਵ ਨੂੰ ਬਣਾਇਆ ਗਿਆ। ਤੁਹਾਡੇ ਚੇਤੇ ਹੋਵੇਗਾ ਕਿ ਜਿਸ ਟਾਈਮ ਫਸਟ ਇਹਨਾਂ ਦੀ ਰਿਪੋਰਟ ਆਈ ਸੀਗੀ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਰਿਕਮੈਂਡੇਸ਼ਨ ਇਹ ਦਿੱਤੀ ਗਈ ਸੀ ਕਿ ਤੁਸੀਂ ਆਪਣਾ ਹੈਲਥ ਦਾ ਜਿਹੜਾ ਬਜਟ ਹੈ ਉਹ 20% ਇਨਕਰੀਜ਼ ਕਰੋਗੇ। ਪਰ ਜਦੋਂ ਹੁਣ ਇਹਨਾਂ ਨੇ ਦੇਖਿਆ, ਹੁਣ ਜੋ ਫਾਈਨਲ ਰਿਪੋਰਟ ਦਿੱਤੀ ਹੈ ਤਾਂ ਉਹਦੇ ਵਿੱਚ ਇਹ ਟਿੱਪਣੀ ਕੀਤੀ ਗਈ ਹੈ ਕਿ ਤੁਸੀਂ ਆਪਣਾ ਜਿਹੜਾ ਬਜਟ ਹੈ ਉਹ 20% ਇਨਕਰੀਜ਼ ਨਹੀਂ ਕੀਤਾ ਗਿਆ। ਇਹਦਾ ਮਤਲਬ ਕਿ ਕਰੋਨਾ ਦੇ ਬਿਮਾਰੀ ਨੂੰ ਲੈ ਕੇ ਤੁਸੀਂ ਜ਼ਿਆਦਾ ਸੁਹਿਰਦ ਨਹੀਂ ਰਹੇ, ਆਪਣੇ ਬਜਟ ਦੇ ਵਿੱਚ ਉਸ ਕਿਸਮ ਦਾ ਜਿਹੜਾ ਵਾਧਾ ਉਹ ਨਹੀਂ ਕੀਤਾ ਗਿਆ। ਹਾਲਾਂਕਿ ਜਿਹੜਾ ਸਾਡੇ ਡੈਥ ਰੇਟ ਹੈ ਉਹ ਵੀ ਕਰੋਨਾ ਦੇ ਨਾਲ ਜਿਹੜਾ ਉਹ ਨੈਸ਼ਨਲ ਐਵਰੇਜ ਹੈ ਉਹਦੇ ਨਾਲੋਂ ਜ਼ਿਆਦਾ ਰਿਹਾ। ਬਿਲਕੁਲ, ਕਿਉਂਕਿ ਨੈਸ਼ਨਲ ਐਵਰੇਜ 1.3 ਹੈ ਔਰ ਸਾਡੀ 2.7 ਹੈ, ਪੰਜਾਬ ਦੀ ਹੈਗੀ ਹੈ। ਇਸ ਤਰ੍ਹਾਂ ਬੈੱਡਾਂ ਦੀ ਗਿਣਤੀ ਨੂੰ ਲੈ ਕੇ ਵੀ ਕਿਹਾ ਗਿਆ ਹੈਗਾ ਕਿ ਪਹਿਲਾਂ ਸਰਕਾਰੀ 53 ਸੀ, ਫਿਰ 4300 ਰਹਿ ਗਈ। ਇਸ ਤਰ੍ਹਾਂ ਦੇ ਪੁਆਇੰਟ ਆਊਟ ਕੀਤੇ ਹੈ। ਇਸ ਤਰ੍ਹਾਂ ਜਿਹੜੀ ਡਾਕਟਰਸ ਦੀ ਔਰ ਨਰਸਾਂ ਦੀ ਜਿਹੜੀ ਪਾਪੂਲੇਸ਼ਨ ਦੇ ਲਿਹਾਜ਼ ਨਾਲ ਰੇਸ਼ੋ ਬਣਦੀ ਹੈ ਉਹ 'ਤੇ ਵੀ ਬਹੁਤ ਸਾਰੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਕੀਤੀਆਂ ਗਈਆਂ ਨੇ। ਉਹ ਕਹਿੰਦੇ ਕਿ ਹੈਲਥ ਨੂੰ ਉਸ ਕਿਸਮ ਦੀ ਪ੍ਰਾਇਓਰਟੀ ਦਿੱਤੀ ਨਹੀਂ ਗਈ ਜਿਸ ਤਰ੍ਹਾਂ ਦੀ ਦਿੱਤੀ ਜਾਣੀ ਚਾਹੀਦੀ ਸੀ। ਤਾਂ ਕਾਫੀ ਝੰਡ ਹੈ ਜਿਹੜੀ ਪੰਜਾਬ ਸਰਕਾਰ ਦੀ ਇਸ ਪੈਨਲ ਨੇ ਕੀਤੀ ਹੈ ਔਰ ਇਹਦੇ ਜਿਹੜੇ ਵਖੀਏ ਇੱਕ ਤਰ੍ਹਾਂ ਦੇ ਉਧੇੜੇ ਨੇ ਸਰਕਾਰ ਦੇ ਜਿਹੜੇ ਦਾਅਵੇ ਸੀ ਉਹਨਾਂ ਨੂੰ ਕੰਡੈਮ ਕੀਤਾ ਹੈਗਾ। ਤਾਂ ਇਹਦੇ ਨਾਲ ਹੀ ਉਹਨਾਂ ਨੇ ਸੋਸ਼ਲ ਸੈਕਟਰ ਦੀ ਵੀ ਗੱਲ ਕੀਤੀ ਹੈਗੀ ਹੈ ਕਿ ਸੋਸ਼ਲ ਸੈਕਟਰ ਦੇ ਵਿੱਚ ਸੈਂਟਰ ਨੇ ਜਿਹੜੀਆਂ ਬਹੁਤ ਸਾਰੀਆਂ ਸਕੀਮਾਂ ਦਿੱਤੀਆਂ ਹੋਈਆਂ ਨੇ, ਜਿਸ ਤਰ੍ਹਾਂ ਸੋਸ਼ਲ ਸਿਕਿਉਰਿਟੀ ਦੀਆਂ ਹੈਗੀਆਂ ਨੇ 434 ਦੇ ਕਰੀਬ, 50 ਦੇ ਕਰੀਬ ਜਿਹੜੀਆਂ ਪੰਜਾਬ ਸਰਕਾਰ ਦੀਆਂ ਸੋਸ਼ਲ ਸਿਕਿਉਰਿਟੀ ਦੀਆਂ ਸਕੀਮਾਂ ਨੇ। ਉਹ ਕਹਿੰਦੇ ਕਿ ਦੋਨਾਂ ਨੂੰ ਕਲੱਬ ਕਰ ਦਿੱਤਾ ਜਾਵੇ, ਉਹਨਾਂ ਨੂੰ ਇਕੱਠਿਆ ਕਰਕੇ ਦਿੱਤਾ ਜਾਵੇ। ਇਵੇਂ ਜਿਵੇਂ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਕਿ ਉਹਨਾਂ ਲਈ ਹਾਊਸਿੰਗ ਦੀ ਜਿਹੜੀ ਫੈਸਿਲਿਟੀ ਹੈ ਦਿੱਤੀ ਜਾਵੇ। ਹਰ ਡਿਸਟ੍ਰਿਕਟ ਦੇ ਵਿੱਚ ਇੱਕ ਨੋਡਲ ਅਧਿਕਾਰੀ ਹੈ ਜਿਹੜਾ ਉਹ ਚੇਚੇ ਤੌਰ 'ਤੇ ਉਹਨਾਂ ਦੇ ਲਈ ਲਾਇਆ ਜਾਵੇ। ਤਾਂ ਇਸ ਕਿਸਮ ਦੀਆਂ ਜਿਹੜੀਆਂ ਟਿੱਪਣੀਆਂ ਸਾਡੇ ਸਾਹਮਣੇ ਆਈਆਂ ਨੇ। ਜੀ ਚਰਨਜੀਤ ਜੀ, ਅਸੀਂ ਜਾਣਨਾ ਚਾਹਾਂਗੇ ਵੀ ਕਿ ਇਸ ਪੈਨਲ ਨੇ ਜਿਹੜਾ ਹੈਗਾ ਹੋਰ ਕਿਹੜੀ ਮੋਟੇ ਤੌਰ 'ਤੇ ਸਿਫਾਰਸ਼ਾਂ ਜਿਹੜੀਆਂ ਕੀਤੀਆਂ ਨੇ ਉਹ ਵੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰੋ। ਇੱਕ ਆਤਿਸ਼ ਇਹ ਵੀ ਕੀਤਾ ਲੋਕਲ ਬਾਡੀਜ਼ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ ਸ਼ਹਿਰੀ ਖੇਤਰ ਦੇ ਵਿੱਚ ਤੁਸੀਂ ਜਿਹੜੀਆਂ ਹਾਊਸ ਚਾਰਜਸ ਲੈਂਦੇ ਹੋ, ਕੋਈ ਘਰਾਂ 'ਤੇ ਲਾਉਂਦੇ ਹੋ ਟੈਕਸ, ਉਹਦੇ ਵਿੱਚ ਤੁਸੀਂ ਬੜੋਤਰੀ ਕਰੋ। ਪਲੱਸ ਜਿਹੜਾ ਪ੍ਰੋਫੈਸ਼ਨਲ ਟੈਕਸ ਲਾਇਆ ਜਾਂਦਾ ਹੈ ਉਹਦੀ ਜਿਹੜੀ ਹੱਦ ਹੈ ਪਹਿਲਾਂ ਕਿ ਹਰ ਬੰਦੇ ਨੂੰ ਘੱਟੋ ਘੱਟ ਜਿਹੜਾ 2500 ਰੁਪਏ ਤੱਕ ਪ੍ਰੋਫੈਸ਼ਨਲ ਟੈਕਸ ਹੈ ਜਿਹੜਾ ਲਿਆ ਜਾ ਸਕਦਾ ਹੈ। ਉਹ ਕਹਿੰਦੇ ਹੁਣ ਇਹਨੂੰ 12000 ਤੱਕ ਕਰ ਦਿਓ। ਅਗਰ ਤੁਸੀਂ ਇਹ ਸ਼ਰਤਾਂ ਇਸ ਕਿਸਮ ਦੀਆਂ ਹੋਰ ਵੀ ਹੈ ਲੋਕਲ ਬਾਡੀ ਨਾਲ ਤਾਲੁਕ ਰੱਖਦੀਆਂ, ਸ਼ਹਿਰਾਂ ਨਾਲ ਤਾਲੁਕ, ਕਸਬਿਆਂ ਨਾਲ ਤਾਲੁਕ ਰੱਖਦੀਆਂ ਕੰਡੀਸ਼ਨਸ ਹੈਗੀਆਂ ਨੇ ਕਿ ਅਗਰ ਤੁਸੀਂ ਇਹ ਗੱਲਾਂ ਮੰਨ ਲਓਗੇ, ਪੈਨਲ ਨੇ ਕਿਹਾ, ਤਾਂ ਤੁਹਾਨੂੰ ਐਡੀਸ਼ਨਲ 8000 ਕਰੋੜ ਰੁਪਈਆ ਸੈਂਟਰ ਬੰਨਿਓ ਜ਼ਿਆਦਾ ਮਿਲਣਗੇ। ਤਾਂ ਇਹ ਕੀਤਾ ਗਿਆ। ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸ਼ਹਿਰਾਂ ਦੇ ਵਿੱਚ ਜਿਹੜੀ ਸਰਪਲਸ ਲੈਂਡ ਪਈ ਹੈ, ਸਰਕਾਰੀ ਲੈਂਡ ਪਈ ਹੈ, ਵਾਧੂ ਲੈਂਡ ਪਈ ਹੈ, ਉਸ ਪ੍ਰਾਪਰਟੀ ਨੂੰ ਵੇਚ ਦਿੱਤਾ ਜਾਵੇ। ਤਾਂ ਦੇਖੋ ਪੈਨਲ ਤਾਂ ਇਹ ਕਰ ਦਿੰਦਾ, ਸਾਡੀਆਂ ਸਰਕਾਰਾਂ ਵੀ ਮਿੰਟ ਲਾਉਂਦੀਆਂ ਨੇ। ਬਠਿੰਡੇ ਦੇ ਵਿੱਚ ਜੋ ਪਿਛਲੀ ਸਰਕਾਰ ਬਣੀ ਸੀ ਕਿਰਾਂ ਨਹਿਰੀ ਰੈਸਟ ਹਾਊਸ ਵੇਚੇ ਗਏ ਸੀ, ਇਹ ਸਰਕਾਰ ਨੇ ਬਹੁਤ ਪ੍ਰਾਪਰਟੀਆਂ ਸਰਕਾਰ ਦੀਆਂ ਵੇਚੀਆਂ ਨੇ। ਹਸਪਤਾਲਾਂ ਦੀ ਪ੍ਰਾਪਰਟੀ ਵੇਚਤੀ, ਜੇਲ੍ਹਾਂ ਦੀ ਪ੍ਰਾਪਰਟੀ ਵੇਚ ਦਿੱਤੀ। ਤਾਂ ਕਦੇ ਇਹ ਸੁਣਿਆ ਕਿ ਤੁਸੀਂ ਕਿ ਕਿਸੇ ਨੇਤਾ ਦਾ, ਕਿਸੇ MLA ਦਾ, ਕਿਸੇ ਵਜ਼ੀਰ ਦਾ, ਕਿਸੇ MP ਦਾ ਜਾਂ ਮੁੱਖ ਮੰਤਰੀ ਦਾ ਉਹਦੇ ਕੋਲ ਘਰ ਤਾਂ ਇੱਕ ਹੁੰਦਾ ਹੈ ਪਰ ਉਹਦੇ ਕੋਲ ਨਾਲ 10 ਪਲਾਟ ਵੀ ਹੁੰਦੇ ਨੇ, 10 ਪਲਾਟ ਖਾਲੀ ਪਏ ਹੁੰਦੇ ਨੇ, ਉਹ ਵੀ ਸਰਪਲਸ ਹੁੰਦੇ ਨੇ। ਕਦੇ ਸੁਣਿਆ ਕਿ ਉਹਨਾਂ ਨੇ ਆਪਣੇ ਪਲਾਟ ਵੇਚਦੇ ਹੋਣ? ਤਾਂ ਇਹਨਾਂ ਨੂੰ ਜਿਹੜੀ ਗਵਰਨਮੈਂਟ ਦੀ ਲੈਂਡ ਹੈ ਉਹ ਲੱਗਦੀ ਹੈ ਕਿ ਸਰਪਲਸ ਹੈ, ਵਾਧੂ ਪਈ ਹੈ, ਕਿਉਂਕਿ ਕਿਸੇ ਵੇਲੇ ਸਾਡੇ ਪਬਲਿਕ ਇੰਟਰਸਟ ਲਈ ਯੂਜ਼ਲੀ ਕੰਮ ਆ ਸਕਦੀ ਹੈ ਸਾਡੇ। ਤਾਂ ਇਹਨਾਂ ਨੇ ਕਿਹਾ ਪੈਨਲ ਨੇ ਕਿ ਉਹ ਜਿਹੜੀ ਸਰਕਾਰੀ ਜਾਇਦਾਦਾਂ ਉਹ ਵੇਚ ਦਿਓ। ਦੂਸਰਾ ਇਹਨਾਂ ਨੇ ਕਿਹਾ ਕਿ ਜਿਹੜੀ ਤੁਸੀਂ ਨਜਾਇਜ਼ ਕਾਬਜ਼ਕਾਰ ਬੈਠੇ ਨੇ ਸਰਕਾਰੀ ਪ੍ਰਾਪਰਟੀ 'ਤੇ, ਉਹਨਾਂ ਤੋਂ ਪੈਸੇ ਲਓ
ਤੇ ਉਹਨਾਂ ਨੂੰ ਮਾਲਕੀ ਦੇ ਜਿਹੜੇ ਹੱਕ ਹੈ ਉਹ ਦੇ ਦਿਓ। ਇਸ ਤਰ੍ਹਾਂ ਸ਼ਹਿਰਾਂ ਦੇ ਨਾਲ ਲੱਗਦੀ ਜਾਂ ਸ਼ਹਿਰਾਂ ਦੇ ਵਿੱਚ ਕੋਈ ਬਹੁਤ ਸਾਰੀ ਲੈਂਡ ਇਸ ਕਿਸਮ ਦੀ ਹੈ ਕਿ ਜਿਹੜੀ ਐਗਰੀਕਲਚਰ ਨੇਚਰ ਦੀ ਹੈ, ਉਸ ਨੂੰ ਅਸੀਂ ਕਮਰਸ਼ੀਅਲ ਦੇ ਵਿੱਚ ਕਨਵਰਟ ਕਰਨਾ ਹੈ। ਜਿਹੜਾ CLU ਲੱਗਦਾ ਹੈ ਉਸ ਤੋਂ ਉਸ ਨੂੰ ਮੁਕਤ ਕਰ ਦਿੱਤਾ ਜਾਵੇ। ਔਰ ਇੱਕ ਇਹਦੇ ਵਿੱਚ ਖਾਸ ਇਹ ਵੀ ਕਿਹਾ ਗਿਆ ਕਿ ਜਿਹੜੀ ਤੁਹਾਡੀ ਪੁਲਿਸ ਦੀ ਨਫਰੀ ਹੈ ਜਾਂ ਪੁਲਿਸ ਦੀ ਭਰਤੀ ਹੈ ਉਹ ਬੰਦ ਕਰ ਦਿਓ ਆਉਣ ਵਾਲੇ ਸਾਲਾਂ ਦੇ ਵਿੱਚ। ਪੰਜਾਬ ਸਰਕਾਰ ਹੁਣ ਮੌਜੂਦਾ ਸਮੇਂ ਵੀ ਇਹਨਾਂ ਦਿਨਾਂ ਦੇ ਵਿੱਚ ਵੀ ਜਿਹੜੀ ਭਰਤੀ ਦੇ ਫਾਰਮ ਹੈ ਜਿਹੜੇ ਉਹ ਸਾਡੇ ਬੇਰੁਜ਼ਗਾਰ ਨੌਜਵਾਨ ਭਰ ਰਹੇ ਨੇ, ਤਕਰੀਬਨ 8 ਲੱਖ ਦੇ ਕਰੀਬ ਦੱਸਦੇ ਨੇ ਕਿ ਫਾਰਮ ਆ ਚੁੱਕਾ ਹੈ। ਪਰ ਇਹ ਕਹਿੰਦੇ ਜੀ ਨਫਰੀ ਤੁਹਾਡੇ ਕੋਲ ਪਹਿਲਾਂ ਹੀ ਆਲਰੇਡੀ ਪਾਪੂਲੇਸ਼ਨ ਦੇ ਲਿਹਾਜ਼ ਨਾਲ ਜ਼ਿਆਦਾ ਹੈਗਾ, ਇਸ ਕਰਕੇ ਪੁਲਿਸ ਦੇ ਵਿੱਚ ਹੋਰ ਭਰਤੀ ਕਰਨ ਦੀ ਲੋੜ ਨਹੀਂ। ਪਰ ਹਕੀਕਤ ਇਹ ਹੈ, ਆਤਿਸ਼ ਆਪਾਂ ਸਾਰੇ ਦੇਖਦੇ ਹੈਗੇ ਹਾਂ, ਬਤੌਰ ਪੱਤਰਕਾਰ ਵੀ, ਆਮ ਲੋਕ ਵੀ ਜਾਣੂ ਨੇ ਕਿ ਸਾਡੇ BIP ਕਲਚਰ ਹੈ ਜਿਹੜਾ ਬਹੁਤ ਭਾਰੂ ਹੈ, ਕਿ ਜਿਹੜੀ ਨਫਰੀ ਸਾਡੇ ਥਾਣਿਆਂ 'ਚ, ਸਾਡੀਆਂ ਪੁਲਿਸ ਚੌਂਕੀਆਂ 'ਚ ਲੋਕਾਂ ਦੀ ਸੁਰੱਖਿਆ ਲਈ ਹੋਣੀ ਚਾਹੀਦੀ ਹੈ, ਉਹੀ ਨਫਰੀ ਕਿੱਥੇ ਹੈ? ਸਾਡੇ BIP ਨਾਲ ਡਿਪਿਊਟ ਕੀਤੀ ਵੀ ਹੈ। ਕੁਛ ਤਾਂ 1 ਨੰਬਰ 'ਚ ਦਿੱਤੀ ਵੀ ਹੈ ਸਾਡੇ BIP ਨੂੰ, ਕੁਛ 2 ਨੰਬਰ 'ਚ ਦਿੱਤੀ ਵੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ BIP ਕਲਚਰ ਹੈ ਜਿਹੜਾ ਉਹ ਖਤਮ ਕਰਾਂਗੇ। ਇਸੇ ਤਰ੍ਹਾਂ ਹੀ ਇੱਕ ਰਿਕਮੈਂਡੇਸ਼ਨ ਇਹ ਦਿੱਤੀ ਗਈ ਹੈ ਕਿ ਜਿਹੜੀ ਪਨਗ੍ਰੇਨ ਏਜੰਸੀ ਹੈ ਪੰਜਾਬ ਸਰਕਾਰ ਦੀ, ਪਰਚੇਜ਼ ਕਰਦੀ ਹੈ ਜਿਨਸਾਂ ਨੂੰ, ਉਸ ਨੂੰ ਖਤਮ ਕਰ ਦਿੱਤਾ ਜਾਵੇ। ਉਹ ਕਹਿੰਦੇ ਕਿ ਇਹ ਲਾ ਕੇ ਸਾਫਾ ਜਿਹੜਾ ਉਹ FC ਦੇ ਗਲ ਦੇ ਵਿੱਚ ਪਾਇਆ ਜਾਵੇ, ਇਹ ਵਾਧੂ ਬੋਝ ਹੈ। ਇਸ ਤਰ੍ਹਾਂ ਜਿਹੜੀ PRTC ਔਰ ਪੰਜਾਬ ਰੋਡਵੇਜ਼ ਹੈ ਉਹਨਾਂ ਨੂੰ ਮਰਜ ਕੀਤੇ ਜਾਣ ਦੀ ਗੱਲ ਕਹੀ ਹੈ ਕਿ ਦੋਨਾਂ ਨੂੰ ਮਰਜ ਕਰਕੇ ਇੱਕ ਹੋਰ ਨਵੀਂ ਕਾਰਪੋਰੇਸ਼ਨ ਬਣਾ ਦਿੱਤੀ ਜਾਵੇ। ਅਤੇ ਇਵੇਂ ਜੇ ਮੁਲਾਜ਼ਮਾਂ ਦੇ ਐਂਗਲ ਤੋਂ ਦੇਖੀਏ, ਉਹ ਕਹਿੰਦੇ ਕਿ ਮੁਲਾਜ਼ਮਾਂ ਨੂੰ ਅਸੀਂ ਤਨਖਾਹਾਂ ਬਹੁਤ ਦੇ ਰਹੇ ਹਾਂ, ਜਿਹੜੇ ਪੰਜਾਬ ਸਟੇਟ ਦੇ ਜਿਹੜੇ ਪੇ ਸਕੇਲ ਹੈ ਉਹਨਾਂ ਨੂੰ ਸੈਂਟਰ ਦੇ ਬਰਾਬਰ ਹੈ ਜਿਹੜਾ ਉਹ ਕਰ ਦਿੱਤਾ ਜਾਵੇ। ਇਸ ਕਿਸਮ ਦੀਆਂ ਜਿਹੜੀਆਂ ਸਿਫਾਰਸ਼ਾਂ ਸਾਡੇ ਸਾਹਮਣੇ ਪ੍ਰੋਫੈਸ਼ਨਲ ਟੈਕਸ ਦੀ ਆ ਗਈ ਹੈਗੀਆਂ, ਇਹ ਕੀਤੀਆਂ ਨੇ। ਤਾਂ ਸਮੁੱਚੇ ਰੂਪ ਦੇ ਵਿੱਚ ਦੇਖੀਏ ਤਾਂ ਇਹਦੇ ਵਿੱਚ ਕਾਮਨਰ ਦੀ ਗੱਲ ਘੱਟ ਕੀਤੀ ਗਈ ਹੈ। ਮੋਟੇ ਤੌਰ 'ਤੇ ਇਹੀ ਗੱਲ ਕੀਤੀ ਗਈ ਹੈ ਕਿ ਸਾਡੀ ਸਟੇਟ ਨੂੰ ਖੜਾ ਕਰਨ ਦੇ ਲਈ, ਆਰਥਿਕ ਤੌਰ 'ਤੇ ਇਹਦੇ ਅਰਥਚਾਰੇ ਦੇ ਵਿੱਚ ਇੱਕ ਹੁਲਾਰਾ ਦੇਣ ਦੇ ਲਈ ਅਸੀਂ ਇਹਦੇ ਜਿਹੜੇ ਵਿੱਤੀ ਵਸੀਲੇ ਕਿੱਥੋਂ ਜਟਾਉਣੇ ਨੇ, ਕਿੱਥੋਂ ਪੈਸਾ ਆਏਗਾ, ਕਿੱਥੇ ਲਾਉਣਾ, ਇਹ ਗੱਲ ਕੀਤੀ ਗਈ ਹੈ। ਪੈਸਿਆਂ ਦੇ ਪ੍ਰਬੰਧ ਦੀ ਗੱਲ ਕੀਤੀ ਗਈ ਹੈ। ਪਰ ਆਮ ਲੋਕਾਂ ਦੀ ਜ਼ਿੰਦਗੀ ਜਾਂ ਜੀਵਨ ਹੈ ਜਿਹੜਾ ਉਹ ਕਿਵੇਂ ਸੁਖਾਲਾ ਹੋਵੇ ਜਾਂ ਉਹਦੇ ਵਿੱਚ ਕਿਵੇਂ ਤਰੋਤਾਜ਼ਗੀ ਆਵੇ, ਉਹਦੀ ਗੱਲ ਬਾਰੇ ਇਹ ਚੁੱਪ ਹੈ। ਮੋਟੇ ਤੌਰ 'ਤੇ ਇਹ ਕਾਰਪੋਰੇਟ ਦੀ ਹਾਮੀ ਭਰਦਾ ਹੈ ਔਰ ਆਮ ਲੋਕਾਂ ਨੂੰ ਜਿਹੜਾ ਕਾਮਨ ਮੈਨ ਹੈ ਉਸ ਨੂੰ ਜਿਹੜਾ ਹਾਸ਼ੀਏ 'ਤੇ ਤੱਕਦਾ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਦੇ ਵਿੱਚ ਇੱਕ ਚੀਜ਼ ਸਾਫ਼ ਹੈ ਵੀ ਕਿ ਜਿੱਥੇ ਖੇਤੀ ਖੇਤਰ ਦੇ ਵਿੱਚ ਸਬਸਿਡੀਆਂ ਬੰਦ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਇੰਡਸਟਰੀ ਖੇਤਰ ਦੇ ਵਿੱਚ ਜਿਹੜਾ ਹੈਗਾ ਉਹਦਾ ਪੱਖ ਪੂਰ ਰਹੀ ਹੈ। ਅਤੇ ਉਸ ਦੇ ਨਾਲ ਹੀ ਕਰੋਨਾ ਦੌਰਾਨ ਸਰਕਾਰ ਦੀ ਵਿਵਸਥਾ 'ਤੇ ਵੀ ਇਹਨੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਚੁੱਕੇ ਨੇ। ਹੁਣ ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।